ਲਿਟਰੇਰੀ ਟੱਚ ਜਿਹੜਾ ਸਾਡਾ ਉਹ ਮੇਰੇ ਮਦਰ ਦੀ ਬਦੌਲਤ, ਮੇਰੀ ਸਿਸਟਰ ਦੀ ਬਦੌਲਤ, ਪਰ ਸਾਡੇ ਘਰ ਦੇ ਵਿੱਚ ਲਿਟਰੇਰੀ ਨਾਲੋਂ ਤੁਸੀਂ ਕਹਿ ਲਓ ਅਕਾਦਮਿਕ ਮਾਹੌਲ ਬਹੁਤ ਸੀ ਜੀ। ਕੋਈ ਕਵਿਤਾ ਦੇ ਨਾਲ ਕੋਈ ਢਿੱਡ ਨਹੀਂ ਭਰ ਸਕਦਾ। ਕੁਝ ਇਹੋ ਜਿਹੀ ਹਕੀਕਤ ਸੀ ਜਿਹੜੀ ਕਿ 90s ਦੇ ਵਿੱਚ ਸਾਰੇ ਜਾਣੂ ਸੀ। ਤੁਸੀਂ ਇੰਨੀ ਦੇਰ ਤੱਕ ਕਿਸੇ ਨੂੰ ਆਪਣੇ ਘਰ ਦੇ ਵਿੱਚ ਆਪਣੇ ਕਿਸੇ ਮਾਪਿਆਂ ਨੂੰ ਟੇਬਲ ਦੇ ਉੱਤੇ ਬਹਿ ਕੇ ਲਗਾਤਾਰ ਕਲਮ ਨੂੰ ਸੀ ਕਰਦੇ ਹਾਂ ਵੇਖੋ, ਤੇ ਉਹਦਾ ਇੱਕ ਸਟਲ ਇਫੈਕਟ ਹੁੰਦਾ ਜੀ। ਉਹ ਮੈਂ ਉਸ ਇਸ ਪੈਸਿਵ ਅਸਰ ਜਿਹੜਾ ਸੀ ਮੈਂ ਉਸ ਤੋਂ ਮੁਤਾਸਰ ਹੋਇਆ ਔਰ ਮੇਰਾ ਜੀ ਕਰਦਾ ਸੀ ਕਿ ਮੈਂ ਚੰਗੀ ਕਵਿਤਾ ਲਿਖਾਂ, ਉਸ ਇਸ ਤਰ੍ਹਾਂ ਦਾ ਲਿਖਾਂ ਜਿਹੜਾ ਕਿ ਮੈਂ ਜੇ ਕਦੇ ਮੇਰਾ ਟਾਕਰਾ ਕਿਸੇ ਲੇਖਕ ਨਾਲ ਹੋਵੇ, ਚੰਗੇ ਲੇਖਕ ਨਾਲ ਹੋਵੇ, ਤਾਂ ਮੈਂ ਸ਼ਰਮਸਾਰ ਨਾ ਹੋ। ਤੇ ਘਰਦਿਆਂ ਨੇ ਕਿਹਾ ਨਹੀਂ ਵੀ ਬੇਟਾ ਸਾਡੀਆਂ ਉਮੀਦਾਂ ਕੁਛ ਹੋ ਰਿਹਾ ਵੀ ਆਪਾਂ ਇਹ ਕੰਮ ਨਹੀਂ ਕਰਨਾ? ਮੇਰੇ ਪਿਤਾ ਜੀ ਜਿਹੜੇ ਸੀ ਉਹ ਜ਼ਿਮੀਂਦਾਰ ਪਰਿਵਾਰ ਤੋਂ ਸਨ ਤੇ ਉਹ ਪਟਵਾਰੀ ਜ਼ਿਮੀਂਦਾਰ ਦਾ ਰੱਬ ਹੁੰਦਾ ਤੇ ਉਹਨਾਂ ਦਾ ਕਹਿਣਾ ਸੀ ਕਿ ਕਾਕਾ ਤੂੰ ਲੱਗ ਜਾ, IAS ਲੱਗ ਜਾ, ਨਹੀਂ ਤਾਂ PCS ਲੱਗ ਜਾ, ਨਹੀਂ ਤਾਂ ਪਟਵਾਰੀ ਲੱਗ ਜਾ। ਸੋ ਮੇਰੇ ਪਿਤਾ ਜੀ ਜਿਹੜੇ ਸਨ ਉਹ ਇਸ ਨੂੰ ਚੰਗਾ ਨਹੀਂ ਸੀ ਸਮਝਦੇ। ਮੇਰੇ ਪਿਤਾ ਜੀ ਵੀ ਸਨ ਤੇ ਮੇਰੀ ਮਾਂ ਵੀ ਸਨ, ਤੇ ਉਹ ਤਾਂ ਮੈਂ ਦੇਣਾ ਨਹੀਂ ਦੇ ਸਕਦਾ, ਪਰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਮੇਰੀ ਕਾਮਯਾਬੀ ਨਹੀਂ ਦੇਖੀ। 2007 ਤੋਂ ਬਾਅਦ ਇੰਡੀਪੈਂਡੈਂਟ ਮਿਊਜ਼ਿਕ ਦੀ ਜਿਹੜੀ ਮਾਲੀ ਹਾਲਤ ਹੈ ਉਹ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਕਿ ਉਹ ਮੇਰੀ ਪੂਰੀ ਵੱਡੇ ਸਰਮਾਏ ਦੀ ਗੁਲਾਮ ਬਣ ਗਈ। ਇੰਡੀਪੈਂਡੈਂਟ ਮਿਊਜ਼ਿਕ ਸੀ ਜਿਹੜਾ ਆਜ਼ਾਦ ਸੰਗੀਤ ਸੀ, ਜਿਹੜਾ ਕਿ ਪੂਰਾ ਪੈਨ ਇੰਡੀਅਨ ਮਿਊਜ਼ਿਕ ਸੀ, ਉਹ ਖਤਮ ਕਰ ਦਿੱਤਾ। ਪੰਜਾਬੀ ਸੰਗੀਤ ਦੇਖ ਸਕਦੇ ਹੋ ਜਾਂ ਬਾਲੀਵੁੱਡ, ਇਹ ਦੋ ਧਿਰਾਂ ਇਸ ਵੇਲੇ ਵੱਡੀਆਂ ਬਣੀਆਂ ਪਈਆਂ। ਇਹਨਾਂ ਦੋਵਾਂ ਦੇ ਵਿੱਚ ਇਹਨਾਂ ਦੋਵਾਂ ਦੇ ਨਾਲ ਤੁਸੀਂ ਕਹਿ ਲਓ ਕਿ ਰਗ ਬਹੁਤੀ ਨਹੀਂ ਸੀ ਰਲਦੀ। ਬਾਲੀਵੁੱਡ ਦੇ ਨਾਲ ਇਸ ਕਰਕੇ ਨਹੀਂ ਸੀ ਰਲਦੀ ਕਿਉਂਕਿ ਉਹਨਾਂ ਦਾ ਇੱਕੋ ਕਿਸਮ ਦਾ ਮਜ਼ਮੂਨ ਸੀ ਔਰ ਬੰਦਿਸ਼ਾਂ ਵੀ ਉਹੋ ਜਿਹੀਆਂ ਬੰਦਿਸ਼ਾਂ ਬਹੁਤ ਹੈ ਕਿ ਵੀ ਤੁਹਾਡੀ ਆਵਾਜ਼ ਕਿਸੇ ਸਿਤਾਰੇ ਦੇ ਨਾਲ ਜਾਣੀ ਚਾਹੀਦੀ ਹੈ, ਉਹਦੇ ਨਾਲ ਮੈਚ ਕਰੇਗੀ, ਫਿਰ ਉਹ ਬਣੇਗਾ। ਉਹਦੇ ਵਿੱਚ ਫਿਰ ਉਹਨਾਂ ਦੀ ਝੋਲੀ ਚੁੱਕੀ ਕਰਨੀ ਪਵੇ ਔਰ ਉਸ ਦੇ ਵਿੱਚ ਮੈਂ 7 ਸਾਲ ਬੰਬੇ ਕੱਟੇ, ਮੈਨੂੰ ਬੜਾ ਪਸੰਦ ਹੈ ਸ਼ਹਿਰ, ਪਰ ਮੈਨੂੰ ਉਸਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਨਹੀਂ ਚੰਗਾ। ਦੂਸਰਾ ਮੈਂ ਗੱਲਾਂ ਹੋਰ ਕਰਨੀਆਂ ਚਾਹੁੰਦਾ। ਪੰਜਾਬ ਦੀ ਜਿਹੜੀ ਇੱਕ ਖਾਸ ਦਿੱਕਤ ਹੈ, ਪੰਜਾਬ ਹਮੇਸ਼ਾ ਇੱਕ ਹੋਰ ਪੰਜਾਬ ਬਣਾਉਣਾ ਚਾਹੁੰਦਾ। ਜੋ ਪੰਜਾਬ ਵਿੱਚ ਮੌਜੂਦਾ ਸੰਗੀਤ ਹੈ, ਜੋ ਤੁਸੀਂ ਗਾਣੇ ਸੁਣਦੇ ਹੋ ਉਹਨੂੰ ਵੇਖਦੇ ਹੋ, ਤੁਹਾਨੂੰ ਠੀਕ ਲੱਗਦਾ ਹੈ ਕਿ ਇਹ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਜਾਂ ਸਾਡੇ ਕਲਚਰ ਨੂੰ ਜਾਂ ਸਾਡੇ ਸੱਭਿਆਚਾਰ ਨੂੰ ਵਧਾ ਸਕਦੇ? ਆਪਣਾ ਫਾਰਮ ਐਜੂਕੇਸ਼ਨ 2020 ਦਾ ਸਾਲ ਜਿਹੜਾ ਮੈਂ ਇੱਕ ਤੁਸੀਂ ਕਹਿ ਲਓ ਖੰਡੇ ਦੀ ਲੀਕ ਹੈ ਸਾਡੇ ਵਾਸਤੇ। ਇਸ ਤੋਂ ਬਾਅਦ ਜਿਹੜਾ ਮਿਊਜ਼ਿਕ ਹੈ, ਮੈਨੂੰ ਇਸ ਤੋਂ ਬੜੀਆਂ ਉਮੀਦਾਂ। ਪੰਜਾਬ ਆਪਣੇ ਤਾਵਾਰੀਖੀ ਜ਼ਿੰਮੇ ਪ੍ਰਤੀ ਜਾਗਰੂਕ ਹੋਇਆ ਔਰ ਉਹ ਹੁਣ ਨਵੀਆਂ ਗੱਲਾਂ ਕਹੇਗਾ। ਇਸ ਤੋਂ ਪਹਿਲਾਂ ਜਿਹੜਾ ਇੱਕ ਔਰਤ ਦਾ ਤੁਸ਼ਟੀਕਰਨ ਹੈ, ਔਰਤ ਦੀ ਆਬਜੈਕਟੀਫਿਕੇਸ਼ਨ ਹੈ, ਮੈਨੂੰ ਉਸ ਤੋਂ ਤਕਲੀਫ ਰਹੀ ਹੈ। ਅੰਮ੍ਰਿਤਸਰ ਤੋਂ ਇੱਥੇ ਆਇਆ, ਉਹ ਆਪਣਾ 2 ਘੰਟੇ ਦਾ ਸਫ਼ਰ ਸੀ, ਉਹਦੇ ਵਿੱਚ ਮੈਂ ਕੋਈ 20 ਗਾਣੇ ਸੁਣੇ, ਹਰ ਗਾਣੇ ਦੇ ਵਿੱਚ ਜੱਟ, ਤੇ ਮੇਰੇ ਖਿਆਲ ਨਾਲ ਇੱਥੇ ਜਿਹੜਾ ਜੱਟਾਂ ਦੀ ਜਿਹੜੀ ਫੀਸਦ ਹੈ ਉਹ 20-30 ਹੋਊ ਪੰਜਾਬ ਦੇ ਪੂਰੇ ਵਿੱਚ, ਬਾਕੀ 70 ਲੋਕਾਂ ਦੀ ਕੋਈ ਨੁਮਾਇੰਦਗੀ ਨਹੀਂ। ਸਵਾਗਤ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਪ੍ਰੋਗਰਾਮ ਪੰਜਾਬੀ ਸਾਥ ਲੈ ਕੇ ਹਾਜ਼ਰ ਹਾਂ ਮੈਂ ਰਮਨੀਕ ਕੌਰ ਤੇ ਮੇਰੇ ਨਾਲ ਤੁਹਾਡਾ ਆਪਣਾ ਚਰਨਜੀਤ ਜੋਗੀ ਜੀ। ਸ਼ੁਕਰੀਆ ਰਮਨੀਕ ਜੀ। ਔਰ ਆਪਾਂ ਪੰਜਾਬੀ ਸਾਥ ਅੱਜ ਆਪਣੇ ਸਟੂਡੀਓ ਦੇ ਵਿੱਚੋਂ ਬਾਹਰ ਕੱਢ ਕੇ ਅੱਜ ਉਸ ਖੂਬਸੂਰਤ ਜਿਹੇ ਇੱਕ ਮਾਹੌਲ ਦੇ ਵਿੱਚ ਲੈ ਕੇ ਆਏ ਹਾਂ। ਖੂਬਸੂਰਤ ਜਿਹਾ ਸਾਨੂੰ ਇਹ ਥਾਂ ਟਿਕਾਣਾ ਲੱਗਿਆ ਹੈ ਔਰ ਖੂਬਸੂਰਤ ਥਾਂ ਟਿਕਾਣਾ ਉਦੋਂ ਬਣਦਾ ਜਦੋਂ ਸਾਡੇ ਸੱਜਣ ਮਿੱਤਰ ਪਿਆਰੇ ਸਾਨੂੰ ਮਿਲਣ ਆਏ ਹੋਣ ਜਾਂ ਅਸੀਂ ਉਹਨਾਂ ਨੂੰ ਮਿਲਣ ਗਏ ਹੋਈਏ ਔਰ ਉਹ ਥਾਵਾਂ ਸੋਹਣੀਆਂ ਲੱਗਦੀਆਂ। ਔਰ ਇਸ ਤਰ੍ਹਾਂ ਇੱਕ ਗੀਤ ਦੇ ਵਿੱਚ ਹੈਗਾ ਨਾ ਕਿ ਆਵੇਂ ਤੂਤਾਂ ਵਾਲੇ ਖੂਹ ਤੇ ਉੱਥੇ ਗੱਲਾਂ ਕਰੀਏ ਮੂੰਹ ਤੇ, ਔਰ ਸਾਨੂੰ ਵੀ ਇੱਕ ਬਹੁਤ ਹੀ ਪੁਰਾਣਾ ਜਿਹਾ ਸੋਹਣਾ ਜਿਹਾ ਥਾਂ ਘਰ ਟਿਕਾਣਾ ਮਿਲਿਆ ਔਰ ਇਸ ਥਾਂ ਘਰ ਟਿਕਾਣੇ ਦੇ ਵਿੱਚ ਸਾਡੇ ਸੱਜਣ ਜਿਹੜੇ ਨੇ
ਜਿਨ੍ਹਾਂ ਦੇ ਨਾਲ ਅਸੀਂ ਅੱਜ ਪੰਜਾਬੀ ਨੈਸ਼ਨਲ ਟੀਵੀ ਦੇ ਸਾਡੇ ਦਰਸ਼ਕਾਂ ਨੂੰ ਮਿਲਵਾਉਣਾ ਹੈ, ਉਹ ਵੀ ਸੱਜਣ ਬਾ ਕਮਾਲ ਨੇ। ਬਿਲਕੁਲ ਜੀ, ਇੱਕ ਰੱਬੀ ਜੀ ਸ਼ਖਸੀਅਤ। ਤੁਸੀਂ ਅਕਸਰ ਇਹ ਗਾਣਾ ਸੁਣਿਆ ਹੋਣਾ ਹੈ, ਬੁੱਲਾ ਕੀ ਜਾਣਾ ਮੈਂ ਕੌਣ। ਜਦੋਂ ਇਹ ਗਾਣਾ ਸੁਣਦੇ ਹੋ ਤੁਹਾਡੀ ਅੱਖਾਂ ਦੀ ਮੋਹਰੇ ਇੱਕ ਇਮੇਜ ਹੀ ਬਣ ਜਾਂਦੀ ਹੈ, ਇੱਕ ਸਰਦਾਰ ਜੋ ਗਿਟਾਰ ਲੈ ਕੇ ਬੈਠਾ ਔਰ ਬੜੀ ਸੋਹਣੀ ਆਵਾਜ਼ ਦੇ ਵਿੱਚ ਗਾਣਾ ਗਾਉਂਦਾ ਹੈ। ਕਰਦੇ ਆ ਉਹਨਾਂ ਦਾ ਸਵਾਗਤ। ਬਿਲਕੁਲ ਜੀ, ਰਵੀ ਸ਼ੇਰਗਿੱਲ ਜੀ, ਸਾਡੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ। ਗੱਲ ਤੁਹਾਡੀ ਗਿਟਾਰ ਦੀ, ਗੱਲ ਤੁਹਾਡੀ ਗਾਇਕੀ ਦੀ, ਔਰ ਦੋਨੋਂ ਚੀਜ਼ਾਂ ਬਾਕਮਾਲ। ਔਰ ਉਸ ਸਫ਼ਰ ਜਿਹੜਾ ਆਪਣਾ ਸੰਗੀਤਿਕ ਸਫ਼ਰ ਹੈ, ਸ਼ੁਰੂ ਤੁਸੀਂ ਉੱਥੋਂ ਕੀਤਾ ਹੈ, ਲੋਕਾਂ ਨੇ ਇੰਨਾ ਪਿਆਰ ਦਿੱਤਾ, ਮੁਹੱਬਤ ਦਿੱਤੀ ਕਿ ਉੱਥੇ ਪਹੁੰਚਣ ਤੀਕਰ ਲੋਕਾਂ ਨੂੰ ਜੁਗੜੇ ਲੱਗ ਜਾਂਦੇ ਨੇ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਦਾ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ, ਔਰ ਦੂਸਰਾ ਮੈਂ ਆਖਾਂਗਾ ਕਿ ਇਸ ਦੇ ਵਿੱਚ ਕੋਈ ਮਿਹਰ ਹੈ, ਲੋਕਾਂ ਦੇ ਪਿਆਰ ਦੀ ਮਿਹਰ ਹੈ, ਔਰ ਕੋਈ ਰੱਬ ਦੀ ਮਿਹਰ ਹੈ, ਔਰ ਬੜਾ ਮਕਬੂਲ ਕੀਤਾ, ਲੋਕਾਂ ਨੇ ਬਹੁਤ ਪਿਆਰ ਦਿੱਤਾ ਜੀ, ਔਰ ਉਸ ਦੀ ਬਦੌਲਤ ਮੈਂ ਅੱਜ ਇੱਥੇ ਬੈਠਾ। ਬੜਾ ਚੰਗਾ ਲੱਗਿਆ ਮੈਨੂੰ। ਮੇਰੇ ਵਾਸਤੇ ਆਪ ਹੀ ਬੜਾ ਇੱਕ ਕਰਾਮਾਤ ਵਰਗਾ ਮਾਹੌਲ ਸੀ ਉਹ ਸਾਰਾ ਜੀ। ਔਰ ਪਰ ਮੈਨੂੰ ਇਉਂ ਲੱਗਦਾ ਕਿ ਹਿੰਦੁਸਤਾਨ ਔਰ ਪੰਜਾਬ ਜਿਹੜਾ ਉਸ ਦੇ ਵਿੱਚ ਇੱਕ ਅੰਦਰ ਵੇਖਣ ਦਾ ਜਜ਼ਬਾ ਹੈ ਵੀ ਇੱਕ ਪੁਰਾਣਾ ਸੱਭਿਆਚਾਰਕ ਮੋਮੈਂਟਮ ਹੈ ਵੀ ਅਸੀਂ ਬਾਹਰਲੀ ਚੀਜ਼ਾਂ ਨਾਲੋਂ ਅੰਦਰਲੀ ਗੱਲ ਛੇਤੀ ਫੜਦੇ ਹਾਂ। ਸੋ ਮੇਰੇ ਖਿਆਲ ਨਾਲ ਗਾਣੇ ਦਾ ਸਬਜੈਕਟ ਮੈਟਰ ਜਿਹੜਾ ਸੀ ਉਹ ਕੁਝ ਇਹੋ ਜਿਹਾ ਸੀ ਕਿ ਪੂਰੇ ਹਿੰਦੁਸਤਾਨ ਨੂੰ ਪਸੰਦ ਆਇਆ, ਔਰ ਕੁਝ ਉਸ ਵੇਲੇ ਮਿਊਜ਼ਿਕ ਇੰਡਸਟਰੀ ਦੇ ਹਾਲਾਤ ਇਹੋ ਜਿਹੇ ਸਨ ਕਿ ਕੋਈ ਗਾਣਾ ਪੂਰੇ ਹਿੰਦੁਸਤਾਨ ਦੇ ਵਿੱਚ ਚੱਲ ਸਕਦਾ ਸੀ ਜੀ। ਹੁਣ ਇੰਡੀਪੈਂਡੈਂਟ ਮਿਊਜ਼ਿਕ ਜਿਹੜਾ ਹੈ ਉਹ ਕੁਝ ਇਲਾਕਿਆਂ ਦੇ ਵਿੱਚ, ਖਿੱਤਿਆਂ ਤੱਕ ਮਹਿਦੂਦ ਹੈ। ਉਸ ਜ਼ਮਾਨੇ ਦੇ ਵਿੱਚ ਮੇਰੇ ਤੋਂ ਪਹਿਲਾਂ ਦਲੇਰ ਮਹਿੰਦੀ ਹੁਣੀ ਆਏ ਸੀ ਜੀ, ਕੈਲਾਸ਼ ਖੇਰ ਔਰ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜਾ ਜਿਨ੍ਹਾਂ ਦਾ ਕੋਈ ਗੀਤ ਪੂਰਾ ਹਿੰਦੁਸਤਾਨ ਸੁਣ ਲੈਂਦਾ ਸੀ ਜੀ। ਕਿਉਂਕਿ ਉਸ ਵੇਲੇ MTV ਹੁੰਦਾ ਸੀ ਜਿਹੜਾ ਕਿ ਪੂਰਾ ਹਿੰਦੁਸਤਾਨ ਕੈਚ ਕਰਦਾ ਸੀ। ਹੁਣ ਸਾਡੇ ਲੋਕਲ ਜਿਹੜੇ TV ਚੈਨਲਸ ਨੇ ਉਹ ਸਟਰੋਂਗ ਹੈ। ਸੋ ਉਸ ਵੇਲੇ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਇੰਡੀਪੈਂਡੈਂਟ ਮਿਊਜ਼ਿਕ ਸਫ਼ਰ ਕਰ ਸਕਦਾ ਸੀ ਜੀ। ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦੇ ਪਿੰਡੋਂ ਤੁਹਾਡੀਆਂ ਜੜ੍ਹਾਂ ਨੇ ਤੇ ਘਰ ਦੇ ਵਿੱਚ ਲਿਟਰੇਰੀ ਜਿਹਾ ਮਾਹੌਲ ਹੈ। ਮਾਂ ਵੀ ਕਵਿਤਾ ਲਿਖਦੇ ਨੇ ਤੁਹਾਡੇ, ਔਰ ਤੁਹਾਡੀ ਭੈਣਾਂ ਵੀ ਕਵਿਤਾ ਲਿਖਦੀਆਂ ਨੇ। ਸੋ ਇਹ ਗਾਇਕੀ ਵੱਲ ਦਾ ਸਫ਼ਰ, ਉਹਦੇ ਵਿੱਚ ਇਹ ਲਿਟਰੇਰੀ ਜਿਹੜਾ ਟੱਚ ਹੈ ਇਹ ਕਿਵੇਂ ਆਇਆ? ਦੇਖੋ, ਲਿਟਰੇਰੀ ਟੱਚ ਜਿਹੜਾ ਸਾਡਾ ਉਹ ਮੇਰੇ ਮਦਰ ਦੀ ਬਦੌਲਤ, ਮੇਰੀ ਸਿਸਟਰ ਦੀ ਬਦੌਲਤ, ਪਰ ਸਾਡੇ ਘਰ ਦੇ ਵਿੱਚ ਲਿਟਰੇਰੀ ਨਾਲੋਂ ਤੁਸੀਂ ਕਹਿ ਲਓ ਅਕਾਦਮਿਕ ਮਾਹੌਲ ਬਹੁਤ ਸੀ ਜੀ। ਕੋਈ ਕਵਿਤਾ ਦੇ ਨਾਲ ਕੋਈ ਢਿੱਡ ਨਹੀਂ ਭਰ ਸਕਦਾ। ਕੁਝ ਇਹੋ ਜਿਹੀ ਹਕੀਕਤ ਸੀ ਜਿਹੜੀ ਕਿ 90s ਦੇ ਵਿੱਚ ਸਾਰੇ ਜਾਣੂ ਸੀ। ਸੋ ਡਿਗਰੀਆਂ ਲੈਣੀਆਂ ਪੈਂਦੀਆਂ ਸੀ ਸਾਡੇ ਘਰ ਦੇ ਵਿੱਚ। ਮੇਰੇ ਖਿਆਲ ਨਾਲ ਸਾਰਿਆਂ ਨੇ MA PhD ਕਰ ਰੱਖੀ। ਸੋ ਉਹ ਇੱਕ ਬੇਸਿਕ ਮਿਨੀਮਮ ਇੱਕ ਮਾਂ ਪਿਓ ਦੀ ਇੱਕ ਰਹਿੰਦਾ ਸੀ ਉਸ ਉੱਤੇ ਐਮਫੈਸਿਸ। ਸੋ ਮੇਰੇ ਖਿਆਲ ਨਾਲ ਆ ਜਿਹੜੀ ਘਰ ਦੀ ਸੀਰਤ ਜਿਹੜੀ ਹੈ ਜ਼ਰੂਰ ਇਸ ਦਾ ਇੱਕ ਯੋਗਦਾਨ ਹੋਣਾ। ਤਿੰਨੇ ਮੇਰੀ ਸਭ ਤੋਂ ਵੱਡੀ ਸਿਸਟਰ, ਮੇਰੇ ਮੰਮੀ ਔਰ ਦਾਰਜੀ, ਇਹ ਸਾਰੀ ਦਾਰਜੀ ਮੰਮੀ ਤਾਂ ਅਕਾਦਮਿਕ ਵਿਦਵਤਾ ਦੇ ਵਿੱਚ ਇਹਨਾਂ ਦਾ ਬੜਾ ਇੱਕ ਯੋਗਦਾਨ ਰਿਹਾ ਹੈ। ਦਾਰਜੀ ਇੱਕ ਓਰੀਐਂਟਲ ਕਿਸਮ ਦੇ ਵਿਦਵਾਨ ਸਨ ਔਰ ਮੰਮੀ ਜਿਹੜੇ ਨੇ ਉਹ ਮਾਡਰਨ ਜਦੀਦੀ ਦੁਨੀਆ ਦੇ ਵਿਦਵਾਨ ਸਨ। ਮੇਰੀ ਸਿਸਟਰ ਜਿਹੜੀ ਹੈ ਉਹ ਹਿੰਦੀ ਦੀ ਕਾਫੀ ਮੰਨੀ ਪ੍ਰਮੰਨੀ ਕਵਿਤਰੀ ਹੈ, ਸ਼ਾਇਦ ਤੁਹਾਨੂੰ ਪਤਾ, ਗਗਨ ਗਿੱਲ ਜੀ। ਸੋ ਇਸ ਤਰ੍ਹਾਂ ਦਾ ਮਾਹੌਲ ਸੀ, ਪਰ ਉਹ ਮਾਹੌਲ ਕੋਈ ਬਹੁਤਾ ਆਰਟ ਵਾਸਤੇ ਮੁਆਫਕ ਨਹੀਂ ਸੀ ਕਿਸੇ ਦਾ ਵੀ ਨਹੀਂ। ਉਸ ਵੇਲੇ ਦਾ ਜਿਹੜਾ ਜ਼ਮਾਨਾ ਸੀ ਉਸ ਦੇ ਵਿੱਚ ਸਾਡੇ ਕੋਲ ਇੰਨਾ ਰੂਮ ਫॉर ਮਨੂਵਰ ਨਹੀਂ ਸੀ ਹੁੰਦਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਸਕੋ। ਪਰ ਜਦੋਂ ਤੁਸੀਂ ਇੰਨੀ ਦੇਰ ਤੱਕ ਕਿਸੇ ਨੂੰ ਆਪਣੇ ਘਰ ਦੇ ਵਿੱਚ, ਆਪਣੇ ਕਿਸੇ ਮਾਪਿਆਂ ਨੂੰ ਟੇਬਲ ਦੇ ਉੱਤੇ ਬਹਿ ਕੇ ਲਗਾਤਾਰ ਕਲਮਨਵੀਸੀ ਕਰਦਿਆਂ ਵੇਖੋ ਤੇ ਉਹਦਾ ਇੱਕ ਸਟਲ ਇਫੈਕਟ ਹੁੰਦਾ ਜੀ। ਉਹ ਮੈਂ ਉਸ ਇੱਕ ਇਸ ਪੈਸਿਵ ਅਸਰ ਜਿਹੜਾ ਸੀ, ਮੈਂ ਉਸ ਤੋਂ ਮੁਤਾਸਰ ਹੋਇਆ ਔਰ ਮੇਰਾ ਜੀ ਕਰਦਾ ਸੀ ਕਿ ਮੈਂ ਚੰਗੀ ਕਵਿਤਾ ਲਿਖਾਂ। ਉਸ ਤੋਂ ਬਾਅਦ ਜਦੋਂ ਮੈਂ ਸਕੂਲ ਗਿਆ, ਸਕੂਲ ਦੇ ਦੌਰਾਨ ਉਹਨਾਂ ਦਿਨਾਂ 'ਚ ਐਂਟਰਟੇਨਮੈਂਟ ਨਹੀਂ ਸੀ ਹੁੰਦੀ। ਉਹਨਾਂ ਦਿਨਾਂ 'ਚ ਐਂਟਰਟੇਨਮੈਂਟ ਪੜ੍ਹਾਈ ਹੁੰਦੀ ਸੀ।
ਤੁਸੀਂ ਸਾਡਾ ਘਰ ਜਿਹੜਾ ਸੀ ਉਹ ਇੱਕ ਮਿਨੀ ਲਾਇਬ੍ਰੇਰੀ ਸੀ ਜੀ। ਉਸ ਦੇ ਵਿੱਚ ਬਹੁਤੀਆਂ ਕਿਤਾਬਾਂ ਪੰਜਾਬੀ ਲਿਟਰੇਚਰ ਦੀਆਂ ਸਨ ਜੀ। ਉਸ ਵੇਲੇ ਬਹੁਤ ਮੰਮੀ ਕਿਉਂਕਿ ਕਾਲਜ ਦੇ ਪ੍ਰਿੰਸੀਪਲ ਸਨ ਔਰ ਇੱਕ ਲਿਟਰੇਰੀ ਹਸਤੀ ਸਨ, ਉੱਥੇ ਸਾਨੂੰ ਬਹੁਤ ਸਾਰੀਆਂ ਮੁਫਤ ਕਿਤਾਬਾਂ ਮਿਲ ਜਾਇਆ ਕਰਦੀਆਂ ਸਨ। ਸੋ ਨਵਯੁੱਗ ਪਬਲੀਕੇਸ਼ਨਸ ਦੀਆਂ ਬੜੀਆਂ ਸਾਰੀਆਂ ਸਨ, RC ਵਾਲਿਆਂ ਦੀ ਬੜੀਆਂ ਸਨ। ਸੋ ਮੇਰਾ ਜਿਹੜਾ ਕਮਰਾ ਸੀ ਉਹਦੇ ਸ਼ੋਕੇਸ ਦੇ ਵਿੱਚ ਵੀ ਉਹ ਨੱਕੋ ਨੱਕ ਭਰਿਆ ਸੀ ਕਿਤਾਬਾਂ ਦੇ ਨਾਲ। ਸੋ ਇਸ ਤਰ੍ਹਾਂ ਦੇ ਕੋਈ 7-8 ਸ਼ੋਕੇਸ ਸਾਡੇ ਘਰ ਦੇ ਵਿੱਚ ਕਿਤਾਬਾਂ ਦੇ ਭਰੇ ਸਨ ਜੀ। ਔਰ ਦੀਦੀ ਦਾ ਕਮਰਾ ਤਾਂ ਮਿਨੀ ਲਾਇਬ੍ਰੇਰੀ ਸੀ। ਸੋ ਉੱਥੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਗਰਮੀ ਦੀ ਛੁੱਟੀਆਂ ਦੇ ਵਿੱਚ, ਸਰਦੀ ਦੀ ਛੁੱਟੀਆਂ 'ਚ ਐਂਟਰਟੇਨਮੈਂਟ ਵਾਸਤੇ, ਜੀ ਪਰਚਾਵੇ ਵਾਸਤੇ ਅਸੀਂ ਇਹ ਸਭ ਦੇਖਦੇ, ਇਹੋ ਵਾਚਣੀਆਂ ਪੈਂਦੀਆਂ ਸਨ। ਇਹੋ ਕਰਦੇ ਕਰਦੇ ਮੇਰੇ ਹੱਥ ਸ਼ਿਵ ਬਟਾਲਵੀ ਦਾ ਕਲਾਮ ਲੱਗਾ ਜੀ। ਮੇਰਾ ਹੱਥ ਸੁਲਤਾਨ ਔਰ ਹੋਰ ਡਾਕਟਰ ਹਰਭਜਨ ਸਿੰਘ ਦਾ ਯਾਦਗਾਰੀ ਕਾਵ ਜੀ, ਔਰ ਇਸ ਤਰ੍ਹਾਂ ਦਾ ਤਮਾਮ ਕਾਵ ਜਿਹੜਾ ਹੈ ਉਹ ਮੇਰੇ ਚੰਗੇ ਭਾਗ ਸਨ ਕਿ ਮੈਂ ਛੋਟੀ ਉਮਰ 'ਚ ਮੈਨੂੰ ਕਾਫੀ ਕੁਝ ਪੜ੍ਹਨ ਦਾ ਮੌਕਾ ਮਿਲਿਆ। ਕਿਤਾਬਾਂ ਦੇ ਵਿੱਚ ਇਹ ਗਿਟਾਰ ਦੀ ਜਗ੍ਹਾ ਕਿਵੇਂ ਬਣੀ? ਕਿਤਾਬਾਂ ਦੇ ਵਿੱਚ ਦੇਖੋ ਮੇਰੀ ਥਾਂ ਤਾਂ ਮੇਰਾ ਜੀ ਕਰਦਾ ਸੀ ਕਿ ਮੈਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਕੋਈ ਲਿਖ ਸਕਾਂ ਚੰਗਾ ਜੀ। ਔਰ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡਾ ਕੋਈ ਪ੍ਰਭਾਵ ਕਿਸੇ ਸ਼ਖਸ ਦਾ ਪਿਆ ਤੇ ਕਿਸੇ ਲੇਖਕ ਦਾ ਪਿਆ ਤੇ ਉਹ ਟੋਲਸਟੋਏ ਸੀ ਜੀ। ਸੋ ਟੋਲਸਟੋਏ ਦੀ ਆਟੋਬਾਇਓਗ੍ਰਾਫੀ ਚਾਈਲਡਹੁੱਡ ਐਡੋਲੈਸੈਂਸ ਯੂਥ ਉਹ ਪੜ੍ਹੀ ਮੈਂ। ਫਿਰ ਇੱਕ ਹੋਰ ਕਿਤਾਬ ਸੀ ਅਰਨੈਸਟ ਹੈਮਿੰਗਵੇ ਦੀ ਫੇਵਰਡ ਟੂ ਆਰਮਸ, ਉਸ ਦਾ ਮੇਰੇ ਬੜਾ ਪ੍ਰਭਾਵ ਪਿਆ। ਫਿਰ ਇੱਕ ਹੋਰ ਜਿਹੜੀ ਕੋਈ ਚੀਜ਼ ਸੀ ਉਹ ਟੈਕਸੀ ਡਰਾਈਵਰ ਕਰਕੇ ਇੱਕ ਫਿਲਮ ਸੀ, ਮਾਰਟਿਨ ਸਕੋਰਸੇਜ਼ੀ ਦੀ ਡਾਇਰੈਕਟ ਕੀਤੀ ਔਰ ਰੋਬਰਟ ਡੇ ਨੀਰੋ ਸੀ ਉਸ 'ਚ। ਸੋ ਇਸ ਤਰ੍ਹਾਂ ਦੀਆਂ ਲਿਟਰੇਰੀਆਂ ਜਿਹੜੀਆਂ ਪ੍ਰੋਡਕਸ਼ਨ ਸੀ, ਇਹ ਕਾਫੀ ਕੁਝ ਮੇਰੇ ਮਾਹੌਲ ਵਿੱਚ ਹੈ ਸੀ। ਮੇਰੀ ਸਿਸਟਰ ਜਿਹੜੀ ਸੀ ਉਹ FTI ਤੋਂ ਉਸਨੇ ਸਿਨੇਮਾ ਐਪਰੀਸੀਏਸ਼ਨ ਦਾ ਕੋਰਸ ਕਰ ਰੱਖਿਆ ਸੀ। ਅਸੀਂ ਜਦ ਬਹੁਤ ਨਿੱਕੇ ਸੀ ਸਾਨੂੰ ਤਾਰਕੋਫਸਕੀ ਦਾ ਘੋਟਾ ਦਿਆ ਕਰਦੀ ਸੀ ਉਹ। ਸੋ ਇਹ ਸਾਰਾ ਕੁਝ ਕਰਦੇ ਮੇਰਾ ਜੀ ਕੀਤਾ ਕਿ ਕੁਝ ਮੈਂ ਲਿਖਾਂ ਔਰ ਕੁਝ ਇਸ ਤਰ੍ਹਾਂ ਦਾ ਲਿਖਾਂ ਜਿਹੜਾ ਕਿ ਮੈਂ ਜੇ ਕਦੇ ਮੇਰਾ ਟਾਕਰਾ ਕਿਸੇ ਲੇਖਕ ਨਾਲ ਹੋਵੇ, ਚੰਗੇ ਲੇਖਕ ਨਾਲ ਹੋਵੇ, ਤਾਂ ਮੈਂ ਸ਼ਰਮਸਾਰ ਨਾ ਹੋਵਾਂ। ਸੋ ਗੱਲ ਇਹ ਕਿ ਬਹੁਤ ਹੀ ਖੂਬਸੂਰਤ ਘਰ ਦਾ ਮਾਹੌਲ ਔਰ ਅਕਾਦਮਿਕ ਮਾਹੌਲ ਨਾਲ ਸਾਹਿਤਕ ਮਾਹੌਲ ਸਾਰਾ ਕੁਝ ਮਿਲਿਆ ਔਰ ਫਿਰ ਹੱਥ ਕਿਤਾਬਾਂ ਦੇ ਪੰਨੇ ਫਰੋਲਦੇ ਗਿਟਾਰ ਤੇ ਵੀ ਪਹੁੰਚੇ। ਗਿਟਾਰ ਤੇ ਪਹੁੰਚਣ ਤੋਂ ਬਾਅਦ ਦੁਨੀਆ ਦੇ ਦਿਲਾਂ ਤੀਕਰ ਦਸਤਕ ਦਿੱਤੀ ਉਸਤਾਦ ਨੇ ਔਰ ਬੁੱਲਾ ਕੀ ਜਾਣਾ ਮੈਂ ਕੌਣ ਫਿਰ ਤੁਹਾਡੀ ਨਜ਼ਰ ਪੇਸ਼ ਹੁੰਦਾ ਹੈ। ਔਰ ਉਸੇ ਬੁੱਲਾ ਕੀ ਜਾਣਾ ਮੈਂ ਕੌਣ ਦੇ ਨਾਲ ਬੁੱਲੇ ਸ਼ਾਹ ਵਰਗੀ ਹੀ ਇੱਕ ਸ਼ਖਸੀਅਤ ਰੱਬੀ ਸ਼ੇਰਗਿੱਲ ਸਾਡੇ ਨਾਲ ਬਣੇ ਹੋਏ ਨੇ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਇਸ ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਪੰਜਾਬੀ ਸਾਥ ਤੇ ਅਸੀਂ ਬਣੇ ਹੋਏ ਹਾਂ ਰੱਬੀ ਸ਼ੇਰਗਿੱਲ ਹੋਰਾਂ ਦੇ ਨਾਲ ਜੀ। ਰੱਬੀ ਜੀ, ਤੁਹਾਡਾ ਬੁੱਲਾ ਕੀ ਜਾਣਾ ਮੈਂ ਕੌਣ ਸ਼ਾਇਦ ਤੁਸੀਂ ਵੀ ਨਹੀਂ ਸੋਚਿਆ ਹੋਣਾ ਕਿ ਇੰਨਾ ਹਿੱਟ ਹੋ ਜਾਏਗਾ, ਇੰਨਾ ਪੂਰੀ ਤਰ੍ਹਾਂ ਪੂਰੇ ਵਿਸ਼ਵ ਦੇ ਵਿੱਚ ਮਕਬੂਲ ਹੋਏਗਾ। ਜਿੱਥੇ ਪੰਜਾਬੀ ਬੈਠੇ ਨੇ, ਜਿੱਥੇ ਪੰਜਾਬੀ ਸੁਣਨ ਵਾਲੇ ਬੈਠੇ ਨੇ, ਉਹਨਾਂ ਨੇ ਤੁਹਾਨੂੰ ਮੁਹੱਬਤ ਦਿੱਤੀ ਹੈ। ਕਦੇ ਜ਼ਿੰਦਗੀ ਦੇ ਵਿੱਚ ਕਿਉਂਕਿ ਬੁੱਲੇ ਤੱਕ ਪਹੁੰਚਣ ਦੇ ਲਈ ਤਰੱਦਤ ਕਰਨਾ ਪੈਂਦਾ ਕਿਉਂਕਿ ਘਰ ਦੇ ਤਾਂ ਚਾਹੁੰਦੇ ਹੋਣਗੇ ਕਿ ਮੁੰਡਾ IAS ਬਣ ਜਾਵੇ ਜਾਂ ਚਲੋ IPS ਹੀ ਬਣ ਜਾਵੇ ਜਾਂ ਫਿਰ ਪਟਵਾਰੀ ਬਣ ਜਾਵੇ, ਤਹਿਸੀਲਦਾਰੀ ਬਣ ਜਾਵੇ, ਪਰ ਤੁਸੀਂ ਇੱਕ ਉਹ ਗਾਇਕ ਬਣੇ ਕਿ ਜਿਹਨੂੰ ਸਾਰੇ ਲੋਕ ਇੱਜ਼ਤ ਨਾਲ ਵੇਖਦੇ ਨੇ। ਹਾਂਜੀ, ਮੈਂ ਇਹਦੇ ਵਿੱਚ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਦਰਸ਼ਕਾਂ ਦਾ, ਪੰਜਾਬੀ ਬੋਲਣ ਵਾਲਿਆਂ ਦਾ, ਹਿੰਦੁਸਤਾਨੀਆਂ ਦਾ ਬੜਾ ਪਿਆਰ ਦਿੱਤਾ। ਮੈਨੂੰ ਕਦੇ ਇਸ ਦੀ ਉਮੀਦ ਨਹੀਂ ਸੀ ਜੀ। ਇੱਕ ਹਲਕਾ ਜਿਹਾ ਤੁਸੀਂ ਉਮੀਦ ਤਾਂ ਰੱਖਦੇ ਹੋ ਵੈਸੇ ਜੀ ਕਿ ਮੇਰੇ ਖਿਆਲ ਨਾਲ ਪੌਪ ਮਿਊਜ਼ਿਕ ਇੱਕ ਇਸ ਤਰ੍ਹਾਂ ਦੀ ਫੀਲਡ ਹੈ ਜਿਸ ਦੇ ਵਿੱਚ ਉਮੀਦ ਰੱਖਣੀ ਚਾਹੀਦੀ ਹੈ ਜੀ ਕਿ ਜੇ ਤੁਹਾਨੂੰ ਬਹੁਤ ਹੀ ਕਰਾਮਾਤੀ ਅਚੀਵਮੈਂਟ ਸਕਸੈਸ ਦੀ ਉਮੀਦ ਨਹੀਂ ਹੈ ਤਾਂ ਫਿਰ ਤੁਸੀਂ ਸ਼ਾਇਦ ਹੋਰ ਆਪਣੇ ਆਸ-ਪਾਸ ਜਿਹੜੇ ਲੋਕ ਇਹਨਾਂ ਤੁਹਾਡੇ ਵਿੱਚ ਇਨਵੈਸਟ ਕਰ ਰਹੇ ਤੁਸੀਂ ਉਹਨਾਂ ਦੇ ਨਾਲ ਇਨਸਾਫ ਨਹੀਂ ਕਰ ਰਹੇ। ਸੋ ਜ਼ਰੂਰ ਇੱਕ ਸੀਗੀ ਮੈਨੂੰ ਔਰ ਜਿਸ ਤਰ੍ਹਾਂ ਮਾਹੌਲ ਜਿਹੜਾ ਸਾਡੇ ਸਾਹਮਣੇ ਹੋਇਆ ਉਹ ਤੁਹਾਨੂੰ ਪਤਾ ਹੀ ਹੈ ਤੇ ਬਹੁਤ ਚੰਗਾ ਐਕਸਪੀਰੀਅੰਸ ਸੀ, ਬਹੁਤ ਕਰਾਮਾਤ ਸੀ।
ਜੀ ਤੇ ਘਰਦਿਆਂ ਨੇ ਕਿਹਾ ਨਹੀਂ ਵੀ ਕਾਕਾ ਸਾਡੀਆਂ ਉਮੀਦਾਂ ਕੁਝ ਹੋ ਰਿਹਾ ਵੀ ਆਪਾਂ ਇਹ ਕੰਮ ਨਹੀਂ ਕਰਨਾ ਵੀ ਕਵਿਤਾਵਾਂ ਲਿਖਣੀਆਂ ਕਿਤਾਬਾਂ ਲਿਖਣੀਆਂ ਉਹ ਲਿਖ ਲਓ ਵੀ ਕੰਮ ਆਪਾਂ ਕੋਈ ਹੋਰ ਹੀ ਕਰਨਾ ਨਹੀਂ ਆ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਆਖਿਆ ਉਹ ਇਹਦਾ ਮਤਲਬ ਤੁਸੀਂ ਮੇਰਾ ਕੋਈ ਨਾ ਕੋਈ ਇੰਟਰਵਿਊ ਸੁਣਿਆ ਪੁਰਾਣਾ। ਮੇਰੇ ਪਿਤਾ ਜੀ ਜਿਹੜੇ ਸੀ ਉਹ ਜ਼ਿਮੀਂਦਾਰ ਪਰਿਵਾਰ ਤੋਂ ਸਨ ਤੇ ਉਹ ਪਟਵਾਰੀ ਜ਼ਿਮੀਂਦਾਰ ਦਾ ਰੱਬ ਹੁੰਦਾ ਤੇ ਉਹਨਾਂ ਦਾ ਕਹਿਣਾ ਸੀ ਕਿ ਕਾਕਾ ਤੂੰ ਲੱਗ ਜਾ IAS ਲੱਗ ਜਾ ਨਹੀਂ ਤਾਂ PCS ਲੱਗ ਜਾ ਨਹੀਂ ਤਾਂ ਪਟਵਾਰੀ ਲੱਗ ਜਾ। ਸੋ ਮੇਰੇ ਪਿਤਾ ਜੀ ਜਿਹੜੇ ਸਨ ਉਹ ਇਸ ਨੂੰ ਚੰਗਾ ਨਹੀਂ ਸੀ ਸਮਝਦੇ। ਉਹ ਹਾਲਾਂਕਿ ਉਹਨਾਂ ਨੇ ਮੈਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਤੀਆਂ ਸਨ। ਮੈਂ ਦਿੱਲੀ 'ਚ ਰਹਿੰਦਾ ਸੀ, ਮੇਰੇ ਕੋਲ ਆਪਣਾ ਫਲੋਰ ਸੀ, ਸਾਰੇ ਮੇਰੇ ਕੋਲ ਇੰਸਟਰੂਮੈਂਟ ਸੀ, 2 ਟਾਈਮ ਮੈਨੂੰ ਚੂਰੀਆਂ ਵੀ ਬਣਾ ਕੇ ਦਾਰ 'ਚ ਦੇ ਦਿਆ ਕਰਦੇ ਸਨ। ਬੜਾ ਪਿਆਰ ਕੀਤਾ ਮੈਂ ਜੋ ਕੁਝ ਆਪਣੇ ਪਿਓ ਦੇ ਇਸ ਪਿਆਰ ਸਦਕਾ। ਮੇਰੇ ਪਿਤਾ ਜੀ ਵੀ ਸਨ ਤੇ ਮੇਰੀ ਮਾਂ ਵੀ ਸਨ ਤੇ ਉਹ ਤਾਂ ਮੈਂ ਦੇਣਾ ਨਹੀਂ ਦੇ ਸਕਦਾ, ਪਰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਮੇਰੀ ਕਾਮਯਾਬੀ ਨਹੀਂ ਦੇਖੀ। ਮੈਨੂੰ ਇਹਦਾ ਅਫਸੋਸ ਰਹੇਗਾ, ਪਰ ਮੈਨੂੰ ਇਸ ਦਾ ਮਾਣ ਹੈ ਕਿ ਮੈਂ ਆਪਣਾ ਰਸਤਾ ਨਹੀਂ ਛੱਡਿਆ, ਕਿਉਂਕਿ ਮੇਰੇ ਪਿਤਾ ਵੀ ਬੜੇ ਅਡੋਲ ਸੁਭਾਅ ਦੇ ਸਨ। ਉਹਨਾਂ ਨੇ ਜ਼ਿੰਦਗੀ ਜੋ ਵੀ ਕਰਨਾ ਚਾਹਿਆ ਆਪਣੀ ਮਰਜ਼ੀ ਨਾਲ ਕੀਤਾ ਔਰ ਅਡਿੱਗ ਰਹੇ ਔਰ ਕਾਮਯਾਬੀ ਹਾਸਲ ਕੀਤੀ। ਮੇਰੇ ਮਾਤਾ ਜੀ ਉਹਨਾਂ ਨੇ ਜ਼ਿੰਦਗੀ ਇੱਕ ਰਿਫਿਊਜੀ ਵਜੋਂ ਸ਼ੁਰੂ ਕੀਤੀ ਇੱਥੇ ਜਲੰਧਰ ਆ ਕੇ ਵਸੇ। ਉਹਨਾਂ ਦਾ ਪਰਿਵਾਰ ਹੈਗਾ ਸੀ ਮੁਲਤਾਨ ਤੋਂ, ਮੰਡੀ ਬੂਰੇਵਾਲਾ ਔਰ ਇੱਥੇ ਆ ਕੇ ਆਲੀ ਮਹੱਲੇ ਦੇ ਵਿੱਚ ਅਲੀ ਮਹੱਲਾ ਜਿਹੜਾ ਹੈ ਉਹ ਇੱਥੇ ਆ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹਿੰਦੁਸਤਾਨ ਦੇ ਵਿੱਚ। ਬੜਾ ਵੱਡਾ ਪਰਿਵਾਰ ਸੀ। ਸੋ ਮੰਮੀ ਦੀ ਜ਼ਿੰਦਗੀ ਦੀ ਇੱਕ ਯਾਤਰਾ ਇੱਕ ਬੜੀ ਤਰੱਦਦ ਹੈ ਔਰ ਬੜੀ ਜੱਦੋ-ਜਹਿਦ ਤੋਂ ਬਾਅਦ ਉਹਨਾਂ ਨੇ ਆਪਣੀ MA ਕੀਤੀ, PhD ਕੀਤੀ, ਫਿਰ ਕਾਲਜ ਦੇ ਪ੍ਰਿੰਸੀਪਲ ਬਣੇ, 20 ਸਾਲ ਪ੍ਰਿੰਸੀਪਲੀ ਕੀਤੀ, 105 ਕਿਤਾਬਾਂ ਲਿਖੀਆਂ। ਸੋ ਮੇਰੇ ਵਾਸਤੇ ਅਗਰ ਮੈਨੂੰ ਪਿਆਰ ਮਿਲਿਆ ਤੇ ਉਹ ਆਪਣੇ ਪਿਤਾ ਜੀ ਕੋਲੋਂ ਮਿਲਿਆ ਜੀ। ਜੇ ਕੋਈ ਪ੍ਰੇਰਣਾ ਮਿਲੀ ਹੈ ਉਹ ਆਪਣੀ ਮਾਂ ਕੋਲੋਂ ਮਿਲੀ ਹੈ ਤੇ ਜੇ ਜ਼ੁਬਾਨ ਮਿਲੀ ਹੈ ਉਹ ਮੈਨੂੰ ਆਪਣੀ ਭਾਬੋ ਕੋਲੋਂ ਮਿਲੀ ਹੈ ਜੀ। ਸੋ ਮੈਂ ਆਪਣੀ ਭਾਬੋ ਨੰਬਰਦਾਰਨੀ ਬਸੰਤ ਕੌਰ ਦੇ ਨਾਲ ਮੈਂ ਭਾਬੋ ਪਹਿਲਾਂ ਦਾਦੀਆਂ ਨੂੰ ਕਹਿੰਦੇ ਹੁੰਦੇ ਸੀਗੇ, ਦਾਦੀ ਨੂੰ ਕਹਿੰਦੇ, ਭਾਬੀ ਅਸੀਂ ਕਹਿੰਦੇ ਹਾਂ, ਭਾਬੀ ਭਾਬੋ ਮੇਰੀ ਦਾਦੀ ਹੈ। ਮੇਰੇ ਅਸਲ 'ਚ ਪੰਜਾਬੀ ਸੱਭਿਆਚਾਰ ਸ਼ਾਇਦ ਤੁਸੀਂ ਥੋੜ੍ਹੇ ਜਾਣੂ ਹੋਵੋਗੇ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਮੋਰਟੈਲਿਟੀ ਬੜੀ ਘੱਟ ਹੁੰਦੀ ਸੀ। ਲੋਕੀ ਬੜੀ ਛੇਤੀ, ਕੋਈ ਜ਼ਰੂਰੀ ਨਹੀਂ ਕਿ ਕੋਈ ਲੰਮੀ ਉਮਰ ਭੋਗੇ ਬੰਦਾ, ਤੇ ਬੰਦੇ ਨੂੰ ਉਮਰ ਦਾ ਅਹਿਸਾਸ ਨਾ ਹੋਵੇ ਤਾਂ ਉਹਨੂੰ ਛੋਟੇ ਨਾਂ ਦੇ ਦਿੰਦੇ ਸੀ। ਉਹਦੇ ਵਿੱਚ ਮੇਰੇ ਪਿਤਾ ਜੀ ਆਪਣੇ ਪਿਤਾ ਜੀ ਨੂੰ ਚਾਚਾ ਕਹਿੰਦੇ ਸੀ ਜੀ ਔਰ ਆਪਣੀ ਮਾਂ ਨੂੰ ਭਾਬੋ ਕਹਿੰਦੇ ਸੀ, ਭਾਬੀ ਕਹਿੰਦੇ ਸੀ। ਸੋ ਮੈਂ ਕਹਿੰਦਾ ਪੂਰੇ ਪੰਜਾਬ 'ਚ ਇਸ ਤਰ੍ਹਾਂ ਹੀ ਚੱਲਦਾ। ਸੋ ਅਸੀਂ ਜਦੋਂ ਵੱਡੇ ਹੋਏ ਤਾਂ ਅਸੀਂ ਵੀ ਭਾਬੋ ਆਖਿਆ ਔਰ ਮੇਰੀ ਭਾਬੋ ਜਿਹੜੀ ਸੀ ਬੜੀ ਜਬੇ ਵਾਲੀ ਪੰਜਾਬਣ ਸੀ, ਚੱਟੀ ਸੀ, ਉਮਰ ਦੇ ਪਤਾ ਨਹੀਂ ਕਿੰਨੇ ਸਾਲ ਉਹ ਇਕੱਲੀ ਰਹੀ। ਮੇਰਾ ਚਾਚਾ ਉਸਨੇ ਵੱਖਰੀ ਹਵੇਲੀ ਪਾ ਲਈ ਤੇ ਉਸ ਤੋਂ ਬਾਅਦ ਵੀ ਉਸਦੀ ਜ਼ਿੱਦ ਸੀ ਕਿ ਮੈਂ ਪੁਰਾਣੀ ਆਪਣੇ ਘਰ ਵਾਲੇ ਦੀ ਹਵੇਲੀ 'ਚ ਰਹਾਂਗੇ, ਆਪਣੀ ਪੁਰਾਣੀ ਹਵੇਲੀ 'ਚ ਰਹਾਂਗੇ। ਔਰ ਉਹਨਾਂ ਦੇ ਨਾਲ ਕੋਈ ਸਹੂਲਤਾਂ ਨਹੀਂ ਸੀ ਹੁੰਦੀਆਂ ਤੇ ਉਹ ਉਸੇ ਤਰ੍ਹਾਂ ਬੜੇ ਜਬੇ ਨਾਲ ਉਸਨੇ ਜ਼ਿੰਦਗੀ ਜੀਵੀ ਔਰ ਉਹਦੀ ਜ਼ੁਬਾਨ ਦੇ ਵਿੱਚ ਇੱਕ ਪੰਜਾਬ ਦਾ ਪਾਣੀ ਬੋਲਦਾ ਸੀ। ਉਹਦੇ 'ਚ ਇੱਕ ਕਣੀ ਸੀ, ਉਹਦੇ ਵਿੱਚ ਉਹ ਨਿਰੀ ਅਨਪੜ੍ਹ ਸੀ ਪਰ ਉਸ ਦੇ ਕੋਲ ਜਿਹੜਾ ਕੋਈ ਇੱਕ ਸੱਭਿਆਚਾਰਕ ਲਿਆਕਤ ਸੀ ਉਹ ਘੱਟ ਹੀ ਵੇਖਣ ਨੂੰ ਮਿਲਦੀ ਹੈ। ਤੇ ਮੈਂ ਕਿਉਂਕਿ 10 ਸਾਲ ਉਹਦੇ ਕੋਲ ਰਿਹਾ, ਉਹਦੇ ਨਾਲ ਰਿਹਾ, ਕਮਰੇ 'ਚ ਇੱਕੋ ਮੰਜੇ 'ਤੇ ਰਹੇ ਹਾਂ ਤੇ ਮੈਨੂੰ ਮੌਕਾ ਮਿਲਿਆ, ਮੈਂ ਬੜਾ ਭਾਗਵਾਨ। ਅੱਛਾ, ਇੱਕ ਸਵਾਲ ਇੱਥੇ ਪੁੱਛਣਾ ਚਾਹਾਂਗੇ ਕਿ ਰੱਬੀ ਸ਼ੇਰਗਿੱਲ ਜੀ ਨੇ ਸਾਨੂੰ ਬਹੁਤ ਵਧੀਆ ਖੂਬਸੂਰਤ ਗੀਤ ਕੀਤੇ ਆ, ਫਿਲਮਾਂ ਦੇ ਵਿੱਚ ਵੀ ਗਾਇਆ ਔਰ ਉਹਨਾਂ ਦੇ ਆਪਣੇ ਗੀਤ ਜਿਹੜੇ ਆ ਉਹ ਵੀ ਬੜੇ ਮਕਬੂਲ ਹੋਏ ਆ। ਬਹੁਤ ਦੇਰ ਤੋਂ ਰੱਬੀ ਸ਼ੇਰਗਿੱਲ ਖਾਮੋਸ਼ ਕਿਉਂ ਹੈ? ਖਾਮੋਸ਼ੀ ਦਾ ਮੁੱਖ ਕਾਰਨ ਭਾਜੀ ਇਸ ਤਰ੍ਹਾਂ ਕਿ 2007 ਤੋਂ ਬਾਅਦ ਜਿਹੜੀ ਮੈਂ ਕਿਉਂਕਿ ਪੰਜਾਬ ਤੋਂ ਨਹੀਂ, ਮੈਂ ਦਿੱਲੀੋਂ ਹਾਂ ਤੇ ਦਿੱਲੀ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਮੈਂ ਆਪਣੀ ਕਰਮ ਭੂਮੀ 'ਚ ਬੈਠਾ ਤੇ ਜਿੱਥੇ ਮੈਂ ਪੰਜਾਬ ਦੀ ਗੱਲ ਵੀ ਕਰ ਸਕਦਾ, ਜਿੱਥੇ ਮੈਂ ਕੋਈ ਹੋਰ ਦੂਸਰੀ ਗੱਲ ਕਰਨੀ ਚਾਹਾਂ ਮੈਂ ਉਹ ਵੀ ਕਰ ਸਕਦਾ। ਵੱਡੇ ਸ਼ਹਿਰ ਦੀ ਇੱਕ ਖਾਸੀਅਤ ਹੈ ਬੜਾ, ਉਸਦੇ ਨਾਲ ਤੁਹਾਡਾ ਜਿਹੜਾ ਦਿਸਹੱਦਾ ਥੋੜਾ ਦੂਰ ਚਲਾ ਜਾਂਦਾ ਜੀ। ਸੋ
2007 ਤੋਂ ਬਾਅਦ ਇੰਡੀਪੈਂਡੈਂਟ 뮤직 ਦੀ ਜਿਹੜੀ ਮਾਲੀ ਹਾਲਤ ਹੈ ਉਹ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਕਿ ਉਹ ਨਿਰੀ ਵੱਡੇ ਸਰਮਾਏ ਦੀ ਗੁਲਾਮ ਬਣ ਗਈ ਜੀ। ਸੋ ਉਸ ਦੇ ਨਾਲ ਜਿਹੜੀ ਕਿਸੇ ਨੇ ਲੜਾਈ ਲੜੀ ਹੈ, ਉਹ ਪੰਜਾਬ ਨੇ ਲੜੀ ਹੈ। ਉਹ ਛੋਟੇ ਛੋਟੇ ਲੇਬਲਸ ਬਣੇ ਨੇ, ਭਾਵੇਂ ਸਪੀਡ ਰੈਕ ਹੁਣ ਵੱਡਾ ਬਣ ਗਿਆ ਜਾਂ ਕਿਵੇਂ, ਉਹਨਾਂ ਨੇ ਲੜਾਈ ਲੜਦਿਆਂ ਆਪਣਾ ਇੱਕ ਸਾਈਜ਼ ਵਧਾਇਆ, ਆਪਣਾ ਇੱਕ ਕੱਦ ਬਹੁਤ ਅਖਤਿਆਰ ਕੀਤਾ। ਸੋ ਜਿਹੜੀ ਖਾਮੋਸ਼ੀ ਦਾ ਮੁੱਖ ਕਾਰਨ ਹੈ ਉਹ ਆਪਣੀ ਥਾਂ ਤਲਾਸ਼ਣ ਦੀ ਹੈ। ਔਰ ਦੂਸਰਾ ਮੈਨੂੰ ਇਹ ਲੱਗਾ ਕਿ ਤਲਾਸ਼ ਰਹੇ ਕਿਉਂਕਿ ਤੁਹਾਡੀ ਥਾਂ ਤਾਂ ਇੱਕ ਬਣੀ ਹੋਈ ਹੈ। ਰੱਬੀ ਸ਼ਰਕੀ ਨੂੰ ਸਾਰੇ ਮੈਂ ਦੱਸ ਦਿੰਦਾ, ਜਿਹੜੀ ਇੰਡੀਪੈਂਡੈਂਟ 뮤직 ਸੀ, ਜਿਹੜਾ ਆਜ਼ਾਦ ਸੰਗੀਤ ਸੀ, ਜਿਹੜਾ ਕਿ ਪੂਰਾ ਪੈਨ ਇੰਡੀਅਨ 뮤직 ਸੀ, ਉਹ ਖਤਮ ਕਰਤਾ ਗਿਆ। ਉਸ ਦੇ ਵਿੱਚ ਤੁਸੀਂ ਦੇਖੋ ਕਿ ਸਾਡੇ 2007 ਤੋਂ ਬਾਅਦ ਕੈਲਾਸ਼ ਖੇਰ ਦੀ ਜਿਹੜੀ ਲਾਸਟ ਹੈ ਤੇਰੀ ਦੀਵਾਨੀ, ਉਸ ਤੋਂ ਬਾਅਦ ਕੋਈ ਇੰਡੀਪੈਂਡੈਂਟ ਐਲਬਮ ਨਹੀਂ ਤੁਸੀਂ ਗਿਣ ਸਕਦੇ। ਜੀ ਉਹਦੇ ਵਿੱਚ ਤੁਸੀਂ ਪੰਜਾਬੀ ਸੰਗੀਤ ਦੇਖ ਸਕਦੇ ਹੋ ਜਾਂ ਬਾਲੀਵੁੱਡ, ਇਹ ਦੋ ਧਿਰਾਂ ਇਸ ਵੇਲੇ ਵੱਡੀਆਂ ਬਣੀਆਂ ਪਈਆਂ। ਇਹਨਾਂ ਦੋਵਾਂ ਦੇ ਇਹਨਾਂ ਦੋਵਾਂ ਦੇ ਨਾਲ ਤੁਸੀਂ ਕਹਿ ਲਓ ਕਿ ਰਗ ਬਹੁਤੀ ਨਹੀਂ ਸੀ ਰਲਦੀ। ਬਾਲੀਵੁੱਡ ਦੇ ਨਾਲ ਇਸ ਕਰਕੇ ਨਹੀਂ ਸੀ ਰਲਦੀ ਕਿਉਂਕਿ ਉਹਨਾਂ ਦਾ ਇੱਕੋ ਕਿਸਮ ਦਾ ਮਜ਼ਮੂਨ ਸੀ, ਔਰ ਬੰਦਿਸ਼ਾਂ ਵੀ ਹੁੰਦੀਆਂ, ਬੰਦਿਸ਼ਾਂ ਵੀ ਉਹੋ ਜਿਹੀਆਂ ਬੰਦਿਸ਼ਾਂ ਬਹੁਤ ਹੈ ਕਿ ਵੀ ਤੁਹਾਡੀ ਆਵਾਜ਼ ਕਿਸੇ ਸਿਤਾਰੇ ਦੇ ਨਾਲ ਜਾਣੀ ਚਾਹੀਦੀ ਹੈ, ਉਹਦੇ ਨਾਲ ਮੈਚ ਕਰੇਗੀ, ਫਿਰ ਉਹ ਬਣੇਗਾ। ਉਹਦੇ ਵਿੱਚ ਫਿਰ ਉਹਨਾਂ ਦੀ ਝੋਲੀ ਚੁੱਕੀ ਕਰਨੀ ਪਵੇ, ਔਰ ਉਸ ਦੇ ਵਿੱਚ ਮੈਂ 7 ਸਾਲ ਬੰਬੇ ਕੱਟੇ। ਮੈਨੂੰ ਬੜਾ ਪਸੰਦ ਹੈ ਸ਼ਹਿਰ, ਪਰ ਮੈਨੂੰ ਉਸਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਨਹੀਂ ਚੰਗਾ। ਦੂਸਰਾ ਮੈਂ ਗੱਲਾਂ ਹੋਰ ਕਰਨੀਆਂ ਚਾਹੁੰਦਾ। ਇੱਕ ਤੁਹਾਨੂੰ ਇਹ ਨਹੀਂ ਲੱਗਦਾ, ਮਾਫੀ ਚਾਹੁੰਦੀ ਹਾਂ, ਕਿ ਪੰਜਾਬੀ ਸੰਗੀਤ ਦੇ ਵਿੱਚ ਸਮਝੌਤਾਵਾਦੀ ਕਲਾਕਾਰ ਜ਼ਿਆਦਾ ਆ ਗਏ ਨੇ? ਹਰ ਗੱਲ ਤੇ ਸਮਝੌਤਾ ਕੀਤਾ ਜਾਂਦਾ ਹੈ, ਖਾਸ ਤੌਰ ਤੇ ਸੱਭਿਆਚਾਰ ਦੇ ਨਾਮ ਦੇ ਨਾਲ। ਪੰਜਾਬੀ ਸੰਗੀਤ ਜਿੰਨਾ ਕੁ ਵੱਧ ਸਕਦਾ ਸੀ, ਜਿੰਨਾ ਇਹਦਾ ਦਿਸਾਦਾ ਹੋਰ ਵਧਣਾ ਚਾਹੀਦਾ ਸੀ, ਮੇਰੇ ਹਿਸਾਬ ਸੇ ਉਹਨਾਂ ਨਹੀਂ ਵਧਿਆ। ਜਿਵੇਂ ਜਿੰਨੀ ਹਿਜਰਤ ਪੰਜਾਬ ਤੋਂ ਹੋਈ ਹੈ, ਉਨੀ ਮੇਰੇ ਖਿਆਲ ਨਾਲ ਪੰਜਾਬ ਦੇ ਦੂਜੇ ਕਿਸੇ ਸੂਬੇ ਤੋਂ ਨਹੀਂ ਹੋਈ ਹੋਣੀ। ਜਿੰਨੀਆਂ ਨਵੀਆਂ ਗੱਲਾਂ ਦਾ ਐਕਸਪੋਜ਼ਰ ਇਹਨਾਂ ਨੂੰ ਮਿਲਿਆ, ਮੈਨੂੰ ਨਹੀਂ ਲੱਗਦਾ ਹੋਰ ਕਿਸੇ ਸੂਬੇ ਨੂੰ। ਹਰਿਆਣੇ ਕੋਲ ਮੈਨੂੰ ਨਹੀਂ ਲੱਗਦਾ ਕਿ ਇੰਨੀ ਤਰਕਵਤ ਨਹੀਂ ਹੋਈ ਉੱਥੇ। ਸੋ ਪੰਜਾਬ ਕੋਲ ਐਕਸਪੋਜ਼ਰ, ਮਤਲਬ ਇਹਨੂੰ ਤੁਸੀਂ ਇਨਪੁਟ ਗਿਣ ਲਈਏ, ਔਰ ਇਸ ਦੇ ਨਿਸਬਤ ਆਪਾਂ ਆਊਟਪੁੱਟ ਗਿਣ ਲਈਏ ਤੇ ਬਹੁਤ ਥੋੜ੍ਹੀ ਹੈ। ਜਿਵੇਂ ਕਿ ਤੁਸੀਂ ਕਿਊਬਨ ਰੈਫਿਊਜੀਜ਼ ਦੇਖੋਗੇ ਜਿਨ੍ਹਾਂ ਨੇ ਅਮਰੀਕਾ ਨੂੰ ਘਰ ਬਣਾਇਆ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹਿਸਪੈਨਿਕ 뮤직 ਹੈ ਉਹਦੇ ਵਿੱਚ ਕਿੰਨਾ ਵੱਡਾ ਰੋਲ ਅਦਾ ਕੀਤਾ। ਇਸ ਤਰ੍ਹਾਂ ਦਾ ਕੰਮ ਅਸੀਂ ਪੰਜਾਬ ਦੀ ਜਿਹੜੀ ਇੱਕ ਖਾਸ ਦਿੱਕਤ ਹੈ, ਪੰਜਾਬ ਹਮੇਸ਼ਾ ਇੱਕ ਹੋਰ ਪੰਜਾਬ ਬਣਾਉਣਾ ਚਾਹੁੰਦਾ ਹੈ। ਇੱਥੇ ਇਹ ਹੋ ਰਿਹਾ ਹੈ ਕਿ ਜੀ ਸੰਗੀਤ ਦਾ ਇੱਕ ਸਵਾਲ ਹੈ, ਜੋ ਪੰਜਾਬ ਵਿੱਚ ਮੌਜੂਦਾ ਸੰਗੀਤ ਹੈ, ਜੋ ਤੁਸੀਂ ਗਾਣੇ ਸੁਣਦੇ ਹੋਵੋਗੇ ਕਿਤੇ, ਤੁਹਾਨੂੰ ਠੀਕ ਲੱਗਦਾ ਹੈ ਕਿ ਇਹ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ, ਜਾਂ ਸਾਡੇ ਕਲਚਰ ਨੂੰ ਜਾਂ ਸਾਡੇ ਸੱਭਿਆਚਾਰ ਨੂੰ ਅੱਗੇ ਵਧਾ ਸਕਦੇ? ਕਿਉਂਕਿ ਤੁਸੀਂ ਖੁਦ ਸੂਫੀ ਸੰਗੀਤ ਦੇ ਨਾਲ ਦੋ ਗੱਲਾਂ ਇਹਦੇ ਵਿੱਚ। ਜੇ ਤੁਸੀਂ ਫਾਰਮ ਲਾਜ਼ ਐਜੀਟੇਸ਼ਨ ਤੋਂ ਪਹਿਲਾਂ ਦਾ 뮤직 ਸੁਣ ਲਓ ਔਰ ਉਸ ਤੋਂ ਬਾਅਦ ਦਾ ਸੁਣ ਲਓ, ਮੈਂ ਫਾਰਮ ਐਜੀਟੇਸ਼ਨ 2020 ਦਾ ਸਾਲ ਜਿਹੜਾ ਮੈਂ ਇੱਕ ਤੁਸੀਂ ਕਹਿ ਲਓ ਖੰਡੇ ਦੀ ਲੀਕ ਹੈ ਸਾਡੇ ਵਾਸਤੇ। ਇਸ ਤੋਂ ਬਾਅਦ ਜਿਹੜਾ 뮤직 ਹੈ, ਮੈਨੂੰ ਇਸ ਤੋਂ ਬੜੀਆਂ ਉਮੀਦਾਂ ਨੇ। ਇਸ ਤੋਂ ਬਾਅਦ ਇਉਂ ਲੱਗਾ ਕਿ ਪੰਜਾਬ ਆਪਣੇ ਤਾਵਾਰੀਖੀ ਜ਼ਿੰਮੇ ਪ੍ਰਤੀ ਜਾਗਰੂਕ ਹੋਇਆ, ਔਰ ਉਹ ਹੁਣ ਨਵੀਆਂ ਗੱਲਾਂ ਕਹੇਗਾ। ਇਸ ਤੋਂ ਪਹਿਲਾਂ ਜਿਹੜਾ ਇੱਕ ਔਰਤ ਦਾ ਤੁਸ਼ਟੀਕਰਨ ਹੈ, ਔਰਤ ਦੀ ਆਬਜੈਕਟੀਫਿਕੇਸ਼ਨ ਹੈ, ਮੈਨੂੰ ਉਸ ਤੋਂ ਤਕਲੀਫ ਰਹੀ ਹੈ ਹਮੇਸ਼ਾ। ਅਸਲਾ ਔਰ ਔਰਤ, ਇਹਨਾਂ ਦੋਵਾਂ ਨੂੰ ਵਰਤਿਆ ਗਿਆ। ਜਿਹੜੀ ਸਭ ਤੋਂ ਵੱਡੀ ਅਜੀਬ ਗੱਲ ਮੈਨੂੰ ਇੱਥੇ ਲੱਗਦੀ ਰਹੀ ਹੈ ਕਿ ਪੰਜਾਬੀਅਤ ਸਿੱਖੀ ਜਿਹੜਾ ਹੈ, ਉਹ ਸਿਸਟਮ ਨੂੰ ਓਪਨ ਕਰਨ ਦਾ ਇੱਕ ਸਬਬ ਬਣਿਆ ਹਮੇਸ਼ਾ ਤੋਂ, ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਸੁੰਗੜਦਾ ਜਾ ਰਿਹਾ ਹੈ। ਔਰ ਇਸ ਦੇ ਵਿੱਚ ਇੱਕ ਬਹੁਤ ਹੀ ਫੂਡ ਜੱਟਪੁਣੇ ਦਾ ਇੱਕ ਤਸੱਵਰ ਜਿਹੜਾ ਹੈ ਉਹ ਅਸੀਂ ਵੇਖਦੇ ਹਾਂ। ਮੈਨੂੰ ਉਸ ਤੋਂ ਹਮੇਸ਼ਾ ਤਕਲੀਫ ਰਹੀ ਹੈ ਜੀ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹੋਰ ਜਮਾਤਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਇਹਦੇ ਸੰਗੀਤ ਦੇ ਵਿੱਚ ਹੋਰ ਬੰਦਿਆਂ ਦਾ ਜ਼ਿਕਰ ਹੋਣਾ ਚਾਹੀਦਾ। ਮੈਂ ਕੱਲ੍ਹ ਅੰਮ੍ਰਿਤਸਰ ਤੋਂ ਇੱਥੇ ਆਇਆ, ਉਹ ਆਪਣਾ 2 ਘੰਟੇ ਦਾ ਸਫ਼ਰ ਸੀ, ਉਹਦੇ ਵਿੱਚ ਮੈਂ ਕੋਈ 20 ਗਾਣੇ ਸੁਣੇ, ਹਰ ਗਾਣੇ ਦੇ ਵਿੱਚ ਜੱਟ। ਤੇ ਮੇਰੇ ਖਿਆਲ ਨਾਲ ਇੱਥੇ ਜਿਹੜਾ ਜੱਟਾਂ ਦੀ ਜਿਹੜੀ ਫੀਸਦ ਹੈ ਉਹ 20 ਹੋਊ,
ਪੰਜਾਬ ਦੇ ਪੂਰੇ ਦੇ ਵਿੱਚ ਬਾਕੀ 70 ਲੋਕਾਂ ਦੀ ਕੋਈ ਨੁਮਾਇੰਦਗੀ ਨਹੀਂ। ਸੋ ਮੈਨੂੰ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਅੱਖਰ ਦੀਆਂ ਥੋੜ੍ਹੀ ਮੈਨੂੰ ਰੜਕਦੀਆਂ। ਮੈਨੂੰ ਲੱਗਦਾ ਕਿ ਇਸ ਦੇ ਨਾਲ ਅਸੀਂ ਇੱਕ ਆਪਣੀ ਜਿਹੜਾ ਸਾਡਾ ਤਵਾਰੀਖੀ ਕਿਰਦਾਰ ਹੈ ਅਸੀਂ ਉਸ 'ਤੇ ਪੂਰੇ ਨਹੀਂ ਉਤਰ ਰਹੇ। ਪੰਜਾਬ ਦੇ ਵਿੱਚ ਬੜਾ ਆਸਾ ਸਿੰਘ ਮਸਤਾਨਾ ਦਾ ਸਮਾਂ ਰਿਹਾ ਹੈ। ਪੰਜਾਬ ਦੇ ਵਿੱਚ ਇੱਕ ਮਿਰਾਸੀਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਦੇ ਜਿਹੜੇ ਉਸਤਾਦ ਨੇ ਸਲਾਮਤ ਅਲੀ ਖਾਨ ਸਾਹਿਬ ਜਾਂ ਆਪਣਾ ਬੜੇ ਗੁਲਾਮ ਅਲੀ ਖਾਨ ਸਾਹਿਬ ਜੀ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਵੀ ਜੇਕਰ ਜੜ੍ਹਾਂ ਦੀ ਆਪਾਂ ਖੋਜ ਕਰੀਏ ਤੇ ਉਹ ਵੀ ਸਾਡੇ ਪੰਜਾਬ ਦੇ ਨਾਲ ਹੀ ਜੁੜਦੀਆਂ ਨੇ। ਔਰ ਬਹੁਤ ਸਾਰੇ ਹੋਰ ਕਲਾਕਾਰ ਵੀ ਨੇ ਔਰ ਗੱਲਾਂ ਵੀ ਸਾਡੇ ਕੋਲ ਬਹੁਤ ਨੇ। ਔਰ ਰੱਬੀ ਸ਼ੇਰਗਿੱਲ ਜੀ, ਸਮਾਂ ਜਿਹੜਾ ਨਾ ਇਹ ਬੜਾ ਜ਼ਾਲਮ ਆ ਔਰ ਸਾਡੀ ਮੀਚੀ ਮੁੱਠੀ ਦੇ ਵਿੱਚੋਂ ਪਤਾ ਨਹੀਂ ਕਿਵੇਂ ਸਰਕ ਜਾਂਦਾ ਹੈ। ਅਸੀਂ ਤਾਂ ਚਾਹੁੰਦੇ ਕਿ ਪੰਨਾ ਦਰ ਪੰਨਾ ਤੁਹਾਡੀ ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹਦੇ ਰਹੀਏ ਔਰ ਖੂਬਸੂਰਤ ਜਿਵੇਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਪਸੰਦ ਕਰਦੇ ਹੋ, ਸਾਨੂੰ ਵੀ ਤੁਸੀਂ ਉੱਦਾਂ ਹੀ ਸ਼ਿਵ ਦੀ ਕਿਤਾਬ ਵਰਗੇ ਲੱਗੇ ਹੋ ਔਰ ਜਿੰਨੇ ਪੰਨੇ ਅਸੀਂ ਪੜ੍ਹੇ ਬਹੁਤ ਚੰਗੇ ਲੱਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਅੱਜ ਰੱਬੀ ਸ਼ੇਰਗਿੱਲ ਜੀ ਦੇ ਨਾਲ ਔਰ ਉਹਨਾਂ ਦੀ ਜ਼ਿੰਦਗੀ ਦੇ ਪੰਨਾ ਦਰ ਪੰਨਾ ਅਸੀਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਔਰ ਇੰਨੇ ਕੁ ਸਮੇਂ ਦੇ ਵਿੱਚ ਤੁਸੀਂ ਸਾਡੇ ਨਾਲ ਵੀ ਜੁੜੇ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।